ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਅੱਜ ਕਿਸਾਨ ਜਥੇਬੰਦੀਆਂ ਦੀ 5ਵੇਂ ਦੌਰ ਦੀ ਅਹਿਮ ਬੈਠਕ ਹੈ ਕੇਂਦਰੀ ਮੰਤਰੀਆਂ ਦੇ ਨਾਲ। ਅੱਜ ਦੀ ਬੈਠਕ ਦੇ ਉੱਤੇ ਨਿਗਾਹਾਂ ਖਾਸ ਕਰਕੇ ਪੂਰੇ ਭਾਰਤ ਦੀਆਂ ਨੇ, ਕਿਉਂਕਿ ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨੀ ਅੰਦੋਲਨ ਦਾ ਅਗਲਾ ਪੜਾਅ ਸਾਹਮਣੇ ਆਵੇਗਾ ਕਿ ਕਿਸਾਨ ਅੱਗੇ ਕਿੱਧਰ ਤੁਰਦੇ ਨੇ। ਸੋ ਅੱਜ ਦੀ ਮੀਟਿੰਗ ਬੜੀ ਅਹਿਮ ਹੈ। ਕਿਸਾਨ ਜਥੇਬੰਦੀਆਂ ਦੀ ਬੀਤੇ ਦਿਨਾਂ ਪ੍ਰੈਸ ਕਾਨਫਰੰਸ ਹੋਈ ਹੈ। ਉਹਨਾਂ ਸਿੱਧੇ ਤੌਰ ਦੇ ਉੱਤੇ ਕਿਹਾ ਹੈ ਕਿ ਅਸੀਂ ਸਿਰਫ ਅੱਜ ਦੀ ਜੋ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਗੱਲ ਕਰਨੀ ਹੈ, ਅਸੀਂ ਸੋਧਾਂ ਦੇ ਉੱਤੇ ਗੱਲਬਾਤ ਨਹੀਂ ਕਰਨੀ। ਸੋ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਸੁਰਿੰਦਰ ਡੱਲਾ ਹੋਣਾ ਤੋਂ ਜਾਣਾਂਗੇ ਕਿ ਆਖਿਰਕਾਰ ਪੱਤਰਕਾਰੀ ਦੇ ਨਜ਼ਰੀਏ ਨਾਲ ਅੱਜ ਦੇ ਦਿਨ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਅੱਜ ਕਿਸਾਨ ਜਥੇਬੰਦੀਆਂ ਦੀ ਬੜੀ ਅਹਿਮ ਬੈਠਕ ਹੈ, ਕਿਸ ਤਰ੍ਹਾਂ ਵੇਖ ਰਹੇ ਹੋ ਅੱਜ ਦੇ ਦਿਨ ਨੂੰ, ਖਾਸ ਕਰਕੇ ਕਿਉਂਕਿ ਪੂਰੇ ਭਾਰਤ ਦੇ ਮੀਡੀਆ ਦੀਆਂ ਨਿਗਾਹਾਂ ਨੇ ਅੱਜ ਦੇ ਦਿਨ। ਦੇਖੋ, ਦਿਨ ਅੱਜ ਦਾ ਬੜਾ ਇਤਿਹਾਸਿਕ ਬਣੂਗਾ ਅਗਰ ਤਾਂ ਕੇਂਦਰ ਸਰਕਾਰ ਕਾਨੂੰਨ ਰੱਦ ਕਰ ਦਿੰਦੀ ਹੈ ਜੀ, ਫਿਰ ਤਾਂ ਇਹ ਬੜੀ ਖੁਸ਼ੀ ਵਾਲੀ ਗੱਲ ਹੋਏਗੀ। ਔਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੱਗੇ ਤੋਂ ਜਿਹੜਾ ਬਿੱਲ ਬਣਾਉਣਾ ਹੈ ਨਵਾਂ, ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਸ ਬਿੱਲ ਦੇ ਖਰੜੇ ਦਾ ਨੁਮਾਇੰਦਾ ਬਣਾਇਆ ਜਾਵੇ, ਪੂਰੀ ਖੁੱਲ੍ਹ ਕੇ ਵਿਚਾਰ ਚਰਚਾ ਹੋਵੇ, ਫਿਰ ਕਾਨੂੰਨ ਬਣਾਇਆ ਜਾਵੇ। ਜੇ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਰੱਦ ਨਹੀਂ ਕਰਦੀ ਤੇ ਮੈਨੂੰ ਲੱਗਦਾ ਅੱਜ ਕਿਸਾਨਾਂ ਦਾ ਅਤੇ ਕੇਂਦਰ ਦੇ ਦਰਮਿਆਨ ਜਿਹੜਾ ਗੱਲਬਾਤ ਦਾ ਦੌਰ ਹੈ ਉਹ ਟੁੱਟ ਜਾਏਗਾ ਜੀ। ਅਗਰ ਅੱਜ ਕੇਂਦਰ ਨੇ ਫਿਰ ਨਾ ਨੁੱਕਰ ਵਾਲੀ ਗੱਲ ਕੀਤੀ ਕਿ ਅਸੀਂ ਵਿਚਾਰ ਕਰ ਰਹੇ ਹਾਂ, ਅਸੀਂ ਸਲਾਹ ਕਰ ਰਹੇ ਹਾਂ, ਅਸੀਂ ਆਹ ਕੁਝ ਕਰ ਸਕਦੇ ਹਾਂ, ਮੇਰੇ ਕਹਿਣ ਦਾ ਮਤਲਬ ਹੈ ਕਿ ਕਿਸਾਨਾਂ ਦਾ ਸੰਤੁਸ਼ਟ ਹੋਣਾ ਜ਼ਰੂਰੀ ਹੈ। ਵੈਸੇ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਜਿਸ ਪੱਧਰ ਤੇ ਅੰਦੋਲਨ ਦੇਸ਼ 'ਚ ਹੋ ਰਿਹਾ, ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੋਈ ਕਾਨੂੰਨ ਰੱਦ ਕਰ ਦੇ ਜੀ। ਭਾਵੇਂ ਇਸ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਾਇਦੇਮੰਦ ਹੀ ਕਿਉਂ ਨਾ ਹੋਣ, ਕਿਉਂਕਿ ਇਹ ਤਾਂ ਹੈ ਨਹੀਂ ਕਿ ਅਗਰ ਇਹ ਕਾਨੂੰਨ ਰੱਦ ਹੋ ਗਿਆ ਦੁਬਾਰਾ ਕਾਨੂੰਨ ਨਹੀਂ ਬਣਨਾ। ਨਵਾਂ ਕਾਨੂੰਨ ਬਣਾਉਣ, ਕਿਸਾਨਾਂ ਦੀ ਸਹਿਮਤੀ ਨਾਲ ਜਿਹੜੀਆਂ ਗੱਲਾਂ ਇਸ ਕਾਨੂੰਨ ਦੀਆਂ ਫਾਇਦੇ ਵਾਲੀਆਂ ਨੇ ਉਹ ਲੈ ਲਈਆਂ ਜਾਣ, ਜਿਹੜੀਆਂ ਗੱਲਾਂ ਖਿਲਾਫ ਨੇ ਕਿਸਾਨੀ ਦੇ, ਕਿਸਾਨ ਸਾਰੇ ਕਹਿ ਰਹੇ ਨੇ, ਉਹ ਗੱਲਾਂ ਕੱਟ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪਾ ਕੇ ਨਵਾਂ ਕਾਨੂੰਨ ਬਣਾ ਲਿਆ ਜਾਵੇ ਤੇ ਉਹਦੇ ਨਾਲ ਕੇਂਦਰ ਸਰਕਾਰ ਦਾ ਸਤਿਕਾਰ ਵਧੂਗਾ, ਭਰੋਸੇਯੋਗਤਾ ਵਧੂਗੀ, ਨਰਿੰਦਰ ਮੋਦੀ ਦੀ ਪ੍ਰਸਿੱਧੀ ਵਧੂਗੀ ਔਰ ਪੰਜਾਬ ਵਰਗੇ, ਹਰਿਆਣੇ ਵਰਗੇ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦਾ ਦਖਲ ਵਧੂਗਾ ਔਰ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਸਾਡੇ ਮੁਲਕ 'ਚ ਉਹ ਸਰਕਾਰ ਹੈ, ਭਾਵੇਂ ਉਹ ਦੇਰ ਨਾਲ ਸਾਡੀ ਗੱਲ ਮੰਨੀ ਪਰ ਉਸਨੇ ਬਹੁ ਗਿਣਤੀ ਕਿਸਾਨਾਂ ਦੀ ਗੱਲ ਮੰਨ ਲਈ ਜੀ ਔਰ ਸਤਿਕਾਰ ਕੀਤਾ। ਜਿਵੇਂ ਪੁਰਾਣੀਆਂ ਸਰਕਾਰਾਂ ਵੀ ਜ਼ਿੱਦੀ ਰਹੀਆਂ ਨੇ ਜਾਂ ਇਹ ਸਰਕਾਰ ਵੀ ਕਈ ਮਸਲਿਆਂ 'ਤੇ ਜ਼ਿੱਦ ਕਰਦੀ ਰਹੀ ਹੈ, ਵੀ ਸਰਕਾਰ ਨੇ ਉਹਨਾਂ ਜ਼ਿੱਦਾਂ ਤੋਂ ਸਬਕ ਲੈ ਲਿਆ। ਆ ਰੇਲ ਗੱਡੀਆਂ ਵਾਲੇ ਮਾਮਲੇ 'ਚ ਜ਼ਿੱਦ ਹੀ ਕੀਤੀ ਨਾ ਕਿ ਜੇ ਪੈਸੇਂਜਰ ਚਲਾਉਣ ਦਿਓਗੇ ਤਾਂ ਮਾਲ ਗੱਡੀ ਚਲਾਵਾਂਗੇ, ਉਹ ਜ਼ਿੱਦ ਸੀ। ਹੁਣ ਕਿਸਾਨ ਨੇ ਜਿਹੜੇ ਉਹਨਾਂ ਦੇ ਸਬਰ ਦਾ ਘੁੱਟ ਭਰਨ ਵਾਲਾ ਹੈ, ਉਹਨਾਂ ਦੇ ਸਬਰ ਦਾ ਘੁੱਟ ਭਰ ਗਿਆ ਤੇ ਉਹਨਾਂ ਨੇ ਗੱਲਬਾਤ ਛੱਡ ਕੇ ਧਰਨੇ ਪ੍ਰਦਰਸ਼ਨ ਤੇ ਬਹਿ ਜਾਣਾ। ਲੋਕਤੰਤਰ ਦਾ ਹੱਕ ਹੈ। ਫਿਰ ਸੁਪਰੀਮ ਕੋਰਟ ਦਾ ਦਖਲ ਆਊਗਾ, ਸੁਪਰੀਮ ਕੋਰਟ ਸਰਕਾਰ ਨੂੰ ਕਹੂਗੀ, ਸੁਪਰੀਮ ਕੋਰਟ ਫਿਰ ਕੋਈ ਕਿਸਾਨਾਂ ਦੇ ਲਈ ਕੋਈ ਆਪਣਾ ਅਫਸਰ ਨਿਯੁਕਤ ਕਰਕੇ ਭੇਜ ਦੂ ਵੀ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ। ਭਾਵ ਫਿਰ ਜਿਹੜੀ ਗੱਲ ਹੈ ਉਹ ਟਕਰਾਅ ਵਾਲੇ ਪਾਸੇ ਆਊਗੀ ਤੇ ਸਾਡੇ ਮੁਲਕ 'ਚ ਟਕਰਾਅ ਦੀ ਤਾਕਤ ਨਹੀਂ। ਸਾਡੇ ਕੋਲੇ ਅਸੀਂ ਕਿੰਨੇ ਟਕਰਾਅ ਪਹਿਲਾਂ ਦੇਖ ਲਏ, ਇਹਨਾਂ ਟਕਰਾਵਾਂ 'ਚ ਕੁਛ ਨਹੀਂ ਹੈਗਾ। ਸੋ ਇਸ ਕਰਕੇ ਕਿਸਾਨ, ਕਿਉਂਕਿ ਕਿਸਾਨ ਉਹ ਸਥਿਤੀਆਂ 'ਚ ਉਹਨੇ ਬਿੱਲ ਬਣਾਇਆ ਨਹੀਂ, ਬਿੱਲ ਬਣਾਇਆ, ਕਾਨੂੰਨ ਬਣਾਇਆ ਸਰਕਾਰ ਨੇ। ਸੋ ਸਰਕਾਰ ਕੋਲੇ ਮੌਕਾ ਹੈ ਕਿ ਉਹ ਕਾਨੂੰਨ ਵਾਪਸ ਲਵੇ, ਨਵੇਂ ਸਿਰਿਓਂ ਕਾਨੂੰਨ ਬਣਾਵੇ। ਕਿਸਾਨ ਇਹ ਨਹੀਂ ਕਹਿੰਦੇ ਵੀ ਅਸੀਂ ਕਾਨੂੰਨ ਨਹੀਂ ਚਾਹੀਦਾ ਸਾਨੂੰ ਖੇਤੀਬਾੜੀ ਦਾ, ਕਿਸਾਨ ਤਾਂ ਕਹਿੰਦੇ ਸਾਡੀਆਂ ਮੰਗਾਂ ਦੇ ਮੁਤਾਬਕ ਕਾਨੂੰਨ ਬਣਾ ਲਓ। ਸੋ ਸਾਡੀ ਸਰਕਾਰ ਨੂੰ ਚਾਹੀਦਾ ਕਿ ਦੇਸ਼ ਹਿੱਤ 'ਚ ਅਗਰ ਇੱਕ ਕਦਮ ਪਿੱਛੇ ਵੀ ਪਟਣਾ ਪੈ ਜੇ ਤੇ ਉਹਨੂੰ ਈਗੋ ਨਾ ਸਮਝਿਆ ਜਾਵੇ, ਉਹਨੂੰ ਕਿਸੇ ਤਰੀਕੇ ਨਾਲ ਮਾਨ ਮਰਿਆਦਾ ਦੇ ਨਾਲ ਨਾ ਜੋੜਿਆ ਜਾਵੇ ਕਿ ਸਾਡੀ ਸਰਕਾਰ ਫੈਸਲਾ ਵਾਪਸ ਨਹੀਂ ਕਰਦੀ। ਨਿਮਰ ਹੋ ਕੇ ਸਰਕਾਰਾਂ, ਮੈਂ ਅੱਗੇ ਵੀ ਕਹਿੰਦਾ, ਸਰਕਾਰ ਦੀ ਗਰਦਨ ਔਰ ਵਿਅਕਤੀ ਦੀ ਗਰਦਨ ਹਮੇਸ਼ਾ ਲਚਕਦਾਰ ਹੋਣੀ ਚਾਹੀਦੀ ਹੈ। ਜਿੱਥੇ ਲੋੜ ਪਵੇ ਉਹਨੂੰ ਝੁਕਾ ਲੈਣਾ ਚਾਹੀਦਾ, ਉਹਦੇ ਨਾਲ ਇਨਸਾਨ ਤੇ ਸਰਕਾਰਾਂ ਵੱਡੀਆਂ ਹੋ ਜਾਂਦੀਆਂ ਨੇ। ਫਰਾਖ ਦਿਲੀ ਦਿਖਾਉਣ ਦੀ ਲੋੜ ਹੈ। ਮੈਂ ਆਸ ਕਰੂੰਗਾ ਕਿ ਸਰਕਾਰ ਅੱਜ ਕਾਨੂੰਨ ਰੱਦ ਕਰ ਦੂਗੀ, ਕਿਉਂਕਿ ਹੁਣ ਕਿਸਾਨ ਕਾਨੂੰਨ ਰੱਦ ਕਰਾ ਕੇ ਨਵੇਂ ਕਾਨੂੰਨ ਦੇ ਖਰੜੇ 'ਚ, ਦੇਖੋ ਕਾਨੂੰਨ ਰੱਦ ਕਰਤੇ, ਇਹੀ ਮੀਟਿੰਗ ਉੱਥੇ ਸਰਕਾਰ ਕਹਦੇ ਅਸੀਂ ਕਾਨੂੰਨ ਰੱਦ ਕਰਦੇ ਹਾਂ ਤੇ ਨਵੀਂ ਇੱਥੇ ਅਸੀਂ ਕਮੇਟੀ ਬਣਾਉਂਦੇ ਹਾਂ, ਉਹ 'ਚ ਕਿਸਾਨ ਸੰਗਠਨਾਂ ਦੇ ਆਗੂ ਤੇ ਸਰਕਾਰੀ ਧਿਰ ਹੋਗੀ, ਨਵੇਂ ਖਰੜੇ ਦੇ ਡਰਾਫਟ ਤੇ ਕੰਮ ਸ਼ੁਰੂ ਕਰਨ ਤੇ ਨਵਾਂ ਕਾਨੂੰਨ ਬਣਾ ਲੈਣ। ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਕਿਸਾਨ ਵਾਪਸ ਮੁੜ ਆਉਣਗੇ, ਨਾਲੇ ਮੋਦੀ ਸਾਹਿਬ ਨੂੰ ਲੱਡੂ ਖਵਾ ਕੇ ਆਉਣਗੇ, ਨਾਲੇ ਬੀਜੇਪੀ ਦੇ ਲੀਡਰਾਂ ਦੇ ਜ਼ਿੰਦਾਬਾਦ ਦੇ ਨਾਅਰੇ ਲੱਗਣਗੇ, ਨਾਲੇ ਦਿੱਲੀ ਵਾਲੇ ਖੁਸ਼, ਨਾਲੇ ਕਿਸਾਨ ਖੁਸ਼, ਨਾਲੇ ਪੰਜਾਬ ਵਾਲੇ ਖੁਸ਼, ਨਾਲੇ ਸਾਡੇ ਦੇਸ਼ ਦਾ ਕੌਮੀ ਮੀਡੀਆ ਵੀ ਖੁਸ਼ ਹੈ ਜੀ, ਉਹਨਾਂ ਨੂੰ ਵੀ ਮੌਕਾ ਮਿਲ ਜੂਗਾ। ਬਿਲਕੁਲ ਹੈ ਜੀ, ਉਹ ਵੀ ਆਪਣੀ ਡਫਲੀ ਵਜਾ ਲੈਣਗੇ, ਸਾਰੇ ਨਹੀਂ ਕਈ। ਜੀ
ਬਿਲਕੁਲ। ਤੇ ਡਾਲਾ ਜੀ, ਇਸ ਦੇ ਨਾਲ ਹੀ ਜੋ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ, ਉਸ ਤੇ ਵੀ ਟਿੱਪਣੀ ਜ਼ਰੂਰ ਲਵਾਂਗਾ ਤੁਹਾਡੀ ਕਿ ਬੜੇ ਅਹਿਮ ਐਲਾਨ ਨੇ ਜੋ ਕਿਸਾਨਾਂ ਨੇ ਉੱਥੇ ਕੀਤੇ ਨੇ। ਇੱਕ ਵੱਡਾ ਐਲਾਨ ਹੈ ਜੋ ਕਹਿੰਦੇ ਕਿ ਕਿਤੇ ਭਾਰਤ ਬੰਦ ਨੂੰ ਲੈ ਕੇ ਵੀ ਕੋਈ ਐਲਾਨ ਉਹਨਾਂ ਨੇ ਨਹੀਂ, ਕੀਤਾ। ਕਿਸਾਨਾਂ ਨੇ ਸਪਸ਼ਟ ਕਹਿਤਾ ਕਿ ਅਸੀਂ 8 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕਰਾਂਗੇ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜੀ। ਅੱਜ 5 ਦਸੰਬਰ ਹੈ, 3 ਦਿਨ ਬਾਅਦ ਪੰਜਾਬ ਦੇਸ਼ ਬੰਦ ਦਾ ਸੱਦਾ, ਮੈਂ ਪੰਜਾਬ ਬੰਦ ਕਹਿ ਗਿਆ, ਭਾਰਤ ਬੰਦ ਦਾ ਸੱਦਾ। ਔਰ ਭਾਰਤ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਨੇ ਮੁਲਾਕਾਤ ਕਰਕੇ ਕੀਤਾ। ਜੀ। ਸੋ ਇਸ ਕਰਕੇ ਇਹ ਹਾਲਾਤ ਹੈ ਜਿਹੜੇ, ਇਹ ਭਾਰਤ ਬੰਦ ਦੇ ਨਾਲ ਇਹ ਅੰਦੋਲਨ ਤਕੜਾ ਕਰਨ ਵਾਲੇ ਪਾਸੇ ਵਧਣਗੇ। ਦੇਖੋ, ਇੱਕ ਗੱਲ ਜ਼ਰੂਰ ਸੰਤੁਸ਼ਟੀ ਵਾਲੀ ਹੈ ਕਿ ਸਾਡੇ ਮੁਲਕ ਦੇ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਵਕ ਹੈ। ਕਿਸਾਨਾਂ ਨੇ ਪੱਤਾ ਨਹੀਂ ਤੋੜਿਆ। ਮੈਂ ਕੱਲ ਵੀ ਕਿਹਾ ਸੀ ਵੀ ਕੋਈ ਨੇਰੀ ਨੂਰੀ ਨਾ ਪੱਤਾ ਡਿੱਗਿਆ ਹੋਵੇ, ਗੱਲ ਵੱਖਰੀ ਹੈ। ਕਿਸਾਨਾਂ ਨੇ ਇੱਕ ਵੀ ਪੱਤਾ ਨਹੀਂ ਤੋੜਿਆ, ਕਿਸਾਨਾਂ ਨੇ ਕੋਈ ਹਿੰਸਾ ਨਹੀਂ ਕੀਤੀ। ਜੀ। ਪਹਿਲ ਹਿੰਸਾ ਦੀ ਜਿਹੜੀ ਪਹਿਲ ਹੋਈ ਹੈ ਉਹ ਸਰਕਾਰੀ ਹਿੰਸਾ ਕੀਤੀ ਗਈ ਹੈ ਕਿ ਹੰਝੂ ਗੈਸ ਦੇ ਗੋਲੇ ਸੁੱਟ ਦਿਓ, ਅੱਖਾਂ 'ਚੋਂ ਧੂਏ ਕੱਢ ਦਿਓ, ਡੰਡੇ ਵੀ ਬਰਸਾਏ ਗਏ ਥੋੜੇ ਬਹੁਤੇ, ਕਿੰਨੇ ਜ਼ਖਮੀ ਸਾਡੇ ਕਿਸਾਨ ਹੋਏ, ਬਜ਼ੁਰਗ ਬੀਬੀਆਂ ਸਾਡੀਆਂ। ਸੋ ਇਸ ਕਰਕੇ ਇੱਕ ਦੇਸ਼ ਦੀ ਸਭ ਤੋਂ ਵੱਡੀ ਟਰਾਂਸਪੋਰਟ ਦੀ ਜਥੇਬੰਦੀ ਹੈ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ। ਜੀ। ਕਈ ਵਾਰੀ 2005 ਤੋਂ 2008 ਦੇ ਦਰਮਿਆਨ ਇੱਕ ਵਾਰੀ, 2002 ਤੋਂ 8 ਦੇ ਦਰਮਿਆਨ ਇੱਕ ਵਾਰੀ ਬਹੁਤ ਵੱਡਾ ਅੰਦੋਲਨ ਕੀਤਾ ਸੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ। ਦੇਸ਼ ਵਿਆਪੀ ਹੜਤਾਲ ਕੀਤੀ ਸੀ ਜੀ। ਟਰੱਕਾਂ ਦੇ ਪਹੀਏ ਜਾਮ ਹੋ ਗਏ ਸੀ ਕਈ ਦਿਨ। ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਕੇਂਦਰ 'ਚ, ਸਰਕਾਰ ਔਖੀ ਹੋ ਗਈ ਸੀ, ਫਿਰ ਮੰਗਾਂ ਮੰਨਣੀਆਂ ਪਈਆਂ। ਉਹ ਜਥੇਬੰਦੀ ਪੂਰੇ ਦੇਸ਼ ਦੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕਹਿਤਾ ਜੇ ਕਿਸਾਨਾਂ ਦੀ ਗੱਲ ਨਾ ਸੁਣੀ ਗਈ, ਅਸੀਂ ਪੂਰੇ ਦੇਸ਼ 'ਚ ਟਰੱਕਾਂ ਦਾ ਪਹੀਆ ਜਾਮ ਕਰ ਦਾਂਗੇ। ਟਰੈਕਟਰ, ਟਰਾਲੀ, ਛੋਟੀਆਂ ਟੈਂਪੂ, ਇਹ ਸਾਰੇ ਬੰਦ ਹੋ ਜਾਣੇ ਆ ਜੀ। ਫਿਰ ਅੰਦੋਲਨ ਤਾਂ ਫਿਰ ਦੇਖੋ ਇਸੇ ਤਰ੍ਹਾਂ ਚੱਲਦੇ ਨੇ। ਇਹ ਤਾਂ ਅਸੀਂ ਆਪਣੇ ਦੇਸ਼ 'ਚ ਅੰਦੋਲਨ ਕਰ ਰਹੇ ਹਾਂ, ਸਾਡਾ ਡੈਮੋਕ੍ਰੈਟਿਕ ਰਾਈਟ ਹੈ, ਜਥੇਬੰਦੀਆਂ ਕਹਿੰਦੀਆਂ। ਇਸ ਤੋਂ ਇਲਾਵਾ ਲੋਕਾਂ 'ਚ ਉਤਸ਼ਾਹ ਬੜਾ ਹੈ। ਮੈਂ ਦੇਖ ਰਿਹਾ ਸੀ ਕਿ ਪਿੰਨੀਆਂ ਬਣ ਕੇ ਜਾ ਰਹੀਆਂ ਸੀ ਬਿਲਕੁਲ ਮੁਕਤਸਰ ਤੋਂ, ਔਰ ਲੋਕ ਕੰਬਲ ਲੈ ਕੇ ਜਾ ਰਹੇ ਨੇ। ਠੰਡ 'ਚ ਸਾਡੇ ਕਿਸਾਨ ਨੇ ਰਾਤਾਂ ਕੱਟ ਰਹੇ ਨੇ। ਔਰ ਇਹ ਵੀ ਪਤਾ ਲੱਗਿਆ ਕਿ ਹਰ ਵੱਡੀ ਗਿਣਤੀ 'ਚ ਲੋਕ, ਕੋਈ ਲੱਡੂ ਦੀਆਂ ਪਿੰਨੀਆਂ ਲੈ ਕੇ ਜਾ ਰਿਹਾ, ਕੋਈ ਮੂੰਗਫਲੀਆਂ ਦੇ ਪੈਕਟ ਉੱਥੇ ਕਿਸਾਨਾਂ ਨੂੰ ਦੇ ਕੇ ਆ ਰਹੇ ਨੇ। ਜਿਹਦਾ ਜੋ ਸਰਦਾ ਕਿਸਾਨਾਂ ਨੂੰ ਦੇ ਰਹੇ ਨੇ। ਸਮਾਜ ਸੇਵੀ ਜਥੇਬੰਦੀਆਂ ਨੇ ਉੱਥੇ ਕੈਂਪ ਲਾਏ ਹੋਏ ਨੇ, ਮੈਡੀਕਲ ਸਹਾਇਤਾ ਦੇ ਕੈਂਪ ਲਾਏ ਹੋਏ ਨੇ। ਸੋ ਲੰਗਰ ਦਾ ਪ੍ਰਬੰਧ ਤਾਂ ਦਿਨ ਰਾਤ ਹੈ। ਲੰਗਰ ਤਾਂ ਮੈਂ ਦੇਖਿਆ ਉੱਥੇ ਸਾਡੇ ਫੌਜ ਦੇ ਜਵਾਨ ਵੀ ਲੰਗਰ ਛਕ ਰਹੇ ਸੀ। ਸੋ ਕਿੱਡੀ ਖੁਸ਼ੀ ਵਾਲੀ ਗੱਲ ਹੈ। ਸੋ ਇਹ ਅੰਦੋਲਨ ਹੈ ਜਿਹੜਾ, ਇਹ ਦੇਸ਼ ਹਿੱਤ ਦਾ ਅੰਦੋਲਨ ਹੈ। ਇਹ ਅੰਦੋਲਨ ਦੇਸ਼ ਹਿੱਤ ਦਾ ਅੰਦੋਲਨ ਹੈ। ਸਰਕਾਰ ਨੂੰ ਇਹ ਮੰਨ ਕੇ ਲੱਗਣਾ ਚਾਹੀਦਾ। ਹੁਣ ਸਰਕਾਰ ਤਾਂ ਸਾਡੀ ਆਪ ਦੇਸ਼ ਹਿੱਤ ਵਾਲੀ ਸਰਕਾਰ ਹੈ। ਸੋ ਇਸ ਕਰਕੇ ਇਹ ਦੇਸ਼ ਹਿੱਤ ਦਾ ਅੰਦੋਲਨ ਹੈ, ਔਰ ਇਹ ਦੇਸ਼ ਹਿੱਤ ਦੇ ਅੰਦੋਲਨ ਦੇ ਵਿੱਚ ਸਰਕਾਰ ਨੂੰ ਕਿਸਾਨਾਂ ਦੇ ਨਾਲ ਆਉਣਾ ਚਾਹੀਦਾ। ਜੀ ਬਿਲਕੁਲ। ਡਾਲਾ ਜੀ, ਇੱਥੇ ਗੱਲ ਕਰੀਏ ਤਾਂ ਕਿਸਾਨਾਂ ਦਾ ਸੰਘਰਸ਼ ਇਸ ਵਕਤ ਜੇ ਗੱਲ ਕੀਤੀ ਜਾਵੇ ਤਾਂ ਉਹ ਪੂਰੇ ਤਰਤੀਬ ਦੇ ਵਿੱਚ ਚੱਲ ਰਿਹਾ ਹੈ। ਬੀਤੀ ਰਾਤ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਨੇ ਜੋ ਕੁਝ ਮਾੜੀ ਮੋਟੀ ਹਿਲਜੁਲ ਉੱਥੇ ਕਿਸੇ ਸ਼ਰਾਰਤੀ ਅਨਸਰ ਦੀ ਵੇਖੀ ਗਈ, ਉਸ ਤੋਂ ਬਾਅਦ ਇੱਕ ਯੂਥ ਬ੍ਰਿਗੇਡ ਨਾਮ ਦੀ ਇੱਕ ਨੌਜਵਾਨਾਂ ਦਾ ਗਠਨ ਕੀਤਾ ਹੈ, ਜੋ ਨੌਜਵਾਨ ਦਿਨ ਰਾਤ ਉੱਥੇ ਪਹਿਰਾ ਦੇਣਗੇ ਟਰਾਲੀਆਂ ਦੇ ਕੋਲ, ਜਾਂ ਫਿਰ ਜਿੱਥੇ ਉਹਨਾਂ ਦਾ ਜ਼ਰੂਰੀ ਸਮਾਨ ਹੈ, ਲੰਗਰ ਹੈ, ਸਾਰੇ ਪਾਸੇ ਯੂਥ ਬ੍ਰਿਗੇਡ ਜਿਹੜੀ ਹੁਣ ਘੁੰਮਿਆ ਕਰੇਗੀ। ਦੇਖੋ, ਇਹ ਬੜੀ ਚੰਗੀ ਗੱਲ ਹੈ। ਮੈਂ ਤੁਹਾਨੂੰ ਕੱਲ ਵੀ ਪ੍ਰੋਗਰਾਮ 'ਚ ਕਹਿ ਰਿਹਾ ਸੀ ਕਿ ਸਾਡੀ ਨੌਜਵਾਨੀ ਕਿਸਾਨਾਂ ਦੇ ਨਾਲ ਆ ਗਈ ਹੈ। ਇਹ ਪਹਿਲੀ ਵਾਰੀ ਹੋਇਆ ਜਦੋਂ ਐਡੇ ਵੱਡੇ ਪੱਧਰ ਤੇ ਨੌਜਵਾਨ ਆਏ ਨੇ। ਦੇਖੋ, ਨੌਜਵਾਨ ਤਾਂ ਖੇਤੀ ਹਮੇਸ਼ਾ ਹੀ ਕਰਦੇ ਰਹੇ ਨੇ, ਇਹੋ ਜਿਹੀ ਗੱਲ ਨਹੀਂ ਵੀ ਪਹਿਲਾਂ ਨਹੀਂ ਸੀ ਕਰਦੇ। ਜੰਗੀ ਪੱਧਰ ਤੇ ਨੌਜਵਾਨ ਆ ਗਏ। ਮੈਂ ਦੇਖਿਆ ਇੱਕ ਸਾਡੀ ਵਿਦਿਆਰਥਣ ਕੈਨੇਡਾ ਤੋਂ ਮੁੜਿਆ ਹੀ ਇਸ ਅੰਦੋਲਨ ਕਰਕੇ। ਬਿਲਕੁਲ। ਉਹ ਕੈਨੇਡਾ ਤੋਂ ਜਹਾਜ਼ ਚੜ੍ਹ ਕੇ ਇੱਥੇ ਮੁੜਿਆ ਹੀ। ਜਿਵੇਂ ਅਸੀਂ ਆਟੋ 'ਚ ਬਹਿ ਕੇ ਕਿਸੇ ਸ਼ਹਿਰ ਦੇ ਦੂਜੇ ਹਿੱਸੇ 'ਚ ਚਲੇ ਜਾਂਦੇ ਹਾਂ, ਜਹਾਜ਼ ਤੇ ਜਾਣਾ ਕੈਨੇਡਾ ਤੋਂ ਆਉਣਾ ਬੜਾ ਔਖਾ ਹੈ, ਬੜੇ ਪੈਸੇ ਲੱਗਦੇ ਆ, ਟਿਕਟ ਬੜੀ ਮਹਿੰਗੀ ਹੁੰਦੀ ਹੈ। ਸੋ ਉਹ ਵਿਦਿਆਰਥਣ ਦਾ ਜਜ਼ਬਾ ਸੀ ਨਾ, ਦੇਖੋ ਕਿਸਾਨ ਅੰਦੋਲਨ 'ਚ। ਇੱਦਾਂ ਹੀ ਸਾਡੇ ਨੌਜਵਾਨ, ਪੜ੍ਹੇ ਲਿਖੇ ਨੌਜਵਾਨ, ਯੂਨੀਵਰਸਿਟੀਆਂ ਵਾਲੇ, ਕਾਲਜਾਂ ਵਾਲੇ, ਆ ਦਿੱਲੀ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਿੰਨੇ ਸਾਡੇ ਪੰਜਾਬੀ ਨੌਜਵਾਨ ਪੜ੍ਹਦੇ ਨੇ, ਉਹ ਵੀ ਪ੍ਰੋਟੈਸਟ ਦਾ ਹਿੱਸਾ ਬਣ ਰਹੇ ਨੇ। ਜਿਹੜੀ ਤੁਸੀਂ ਯੂਥ ਬ੍ਰਿਗੇਡ ਦੀ ਗੱਲ ਕੀਤੀ, ਉਹ ਬੜੇ ਮੁਬਾਰਕਬਾਦ ਦੇ ਪਾਤਰ ਨੇ। ਉਹ ਦਿਨ ਰਾਤ ਪਹਿਰਾ ਦਿੰਦੇ ਨੇ ਉੱਥੇ ਤਾਂ ਕਿ ਕੋਈ ਮਾੜਾ ਤੱਤ, ਕੋਈ ਮਾੜਾ ਵਿਅਕਤੀ ਕੋਈ ਹਿੰਸਾ ਨਾ ਕਰ ਜੇ, ਕੋਈ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਜੇ, ਸਾਡਾ ਕਿਸਾਨ ਅੰਦੋਲਨ ਨਾ ਬੁਰਾ ਪੈ ਜੇ। ਠੀਕ ਹੈ, ਫਿਰ ਮੌਕਾ ਮਿਲ ਜਾਂਦਾ। ਜਿਵੇਂ ਬੀਬੀ ਕੰਗਣਾ ਰਣੌਤ ਨੇ ਪੁੱਠੇ ਜਿਹਾ ਬਿਆਨ ਦਿੱਤਾ ਸੀ ਟਵਿੱਟਰ ਤੇ, ਫਿਰ ਇਹੋ ਜਿਹੇ ਲੋਕਾਂ ਨੂੰ ਮੌਕਾ ਮਿਲ ਜਾਂਦਾ, ਇਸ ਸ਼ਾਨਦਾਰ ਅੰਦੋਲਨ ਨੂੰ ਨਿੰਦਣ ਦਾ ਮੌਕਾ ਮਿਲ ਜਾਂਦਾ। ਉਹ ਬੀਬੀ ਕੰਗਣਾ ਰਣੌਤ ਨੂੰ ਮਾਫੀ ਹੀ ਮੰਗ ਲੈਣੀ ਚਾਹੀਦੀ ਆ। ਉਹਨੇ ਨਵਾਂ ਹੀ ਪੰਗਾ ਛੇੜ ਲਿਆ। ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਕਾਨੂੰਨੀ ਨੋਟਿਸ ਭੇਜਿਆ ਵੀ ਇਹ ਮਾਫੀ ਮੰਗੋ ਜੀ। ਔਰ ਇੱਕ ਵਕੀਲ ਸਾਹਿਬ ਨੇ ਸਾਡੇ ਮੋਹਾਲੀ ਦੇ, ਉਹਨਾਂ ਨੇ ਵੀ ਕਾਨੂੰਨੀ ਨੋਟਿਸ ਭੇਜਿਆ। ਸੋ ਉਹਨਾਂ ਦਾ ਬੜਾ ਸਤਿਕਾਰ ਹੈ ਵਕੀਲ ਸਾਹਿਬ ਦਾ। ਸੋ ਇਹੋ ਜਿਹੇ ਮਸਲੇ ਹਜੇ ਤਾਂ ਦੇਖੋ
ਮਾਫੀ ਮੰਗ ਕੇ ਛੁਟਕਾਰਾ ਹੁੰਦਾ ਬੀਬੀ ਕੰਗਣਾ ਰਣੌਤ ਦਾ, ਨਾਲੇ ਉਹਨੂੰ ਸਬਕ ਮਿਲ ਜੂ ਵੀ ਬਿਨਾਂ ਦੇਖੋ ਕਈ ਵਾਰੀ ਗਲਤੀ ਹੋ ਜਾਂਦੀ ਇਨਸਾਨ ਤੋਂ। ਕੰਗਣਾ ਰਣੌਤ ਕਹਿ ਦੇ ਵੀ ਮੈਂ ਗਲਤ ਸਮਝ ਗਈ, ਮੇਰੇ ਤੋਂ ਗਲਤੀ ਹੋ ਗਈ, ਮੈਂ ਖਿਮਾ ਦੀ ਜਾਚਕ ਹਾਂ। ਸਾਡੇ ਤੋਂ ਗਲਤੀ ਹੋ ਜੇ ਅਸੀਂ ਨਿਮਰ ਹੋ ਕੇ ਮਾਫੀ ਮੰਗ ਲਈਏ। ਇਨਸਾਨ ਹੈ, ਗਲਤੀ ਹੋ ਜਾਂਦੀ ਹੈ। ਬੀਬੀ ਨੂੰ ਕੰਗਣਾ ਰਣੌਤ ਨੂੰ ਗਲਤੀ ਹੋ ਗਈ ਹੋਣੀ ਉਦੋਂ, ਪਰ ਉਹ ਗਲਤੀ ਨੂੰ ਨਾ ਮੰਨਣਾ ਤੇ ਅੜ ਜਾਣਾ ਤੇ ਬਾਅਦ ਚ ਟਵੀਟ ਡਿਲੀਟ ਕਰਤਾ, ਤੇ ਇਹ ਮਤਲਬ ਇਹਦੇ ਨਾਲ ਸ਼ੱਕ ਪੈਦਾ ਹੁੰਦਾ। ਸੋ ਇਹ ਬੀਬੀ ਨੂੰ ਸਿਆਣੀ ਬਣਨਾ ਚਾਹੀਦਾ, ਕੰਗਣਾ ਰਣੌਤ ਨੂੰ। ਉੱਦਾਂ ਤਾਂ ਬਹੁਤ ਸਿਆਣੀ ਹੈ, ਹੋਰ ਸਿਆਣੀ ਬਣਨਾ ਚਾਹੀਦਾ। ਮੈਂ ਉਹਨੂੰ ਕੁਝ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ, ਸਤਿਕਾਰਯੋਗ ਨੇ, ਪਰ ਉਹਨਾਂ ਨੂੰ ਔਰਤਾਂ ਦੇ ਪ੍ਰਤੀ ਚੰਗੇ ਸ਼ਬਦ ਵਰਤਣੇ ਚਾਹੀਦੇ ਸੀ। ਜੀ ਬਿਲਕੁਲ। ਤੇ ਡੱਲਾ ਜੀ, ਇੱਥੇ ਜੇ ਬੀਤੇ ਦਿਨ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਇੱਕ ਬੈਠਕ ਅਮਿਤ ਸ਼ਾਹ ਉਹਨਾਂ ਦੇ ਨਾਲ ਹੋਈ ਸੀ, ਜਿਸ ਤੋਂ ਬਾਅਦ ਚਾਹੇ ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਦੋਹਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਜੋ ਉਹਨਾਂ ਦੇ ਸਪੁੱਤਰ ਨੂੰ ਈਡੀ ਦੇ ਸਾਹਮਣੇ ਆਏ ਸੀ, ਉਸ ਮਸਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ। ਦੇਖੋ, ਰਾਜਨੀਤੀ ਨਾਲ ਬਹੁਤ ਭੈੜੀ ਹੋ ਗਈ ਜੀ ਪੰਜਾਬ ਦੀ ਸਿਆਸਤ। ਹੁਣ ਕੇਜਰੀਵਾਲ ਹੋਣੀ ਕਹਿੰਦੇ ਵੀ ਜਿੱਦਣ ਰਾਸ਼ਟਰਪਤੀ ਸਾਹਿਬ ਨੇ ਸਾਈਨ ਕਰਤੇ ਉਸੇ ਦਿਨ ਕਾਨੂੰਨ ਲਾਗੂ ਹੋ ਗਏ। ਕੈਪਟਨ ਅਮਰਿੰਦਰ ਕਹਿੰਦਾ ਅਸੀਂ ਤਾਂ ਨੋਟੀਫਿਕੇਸ਼ਨ ਨੂੰ ਨੋਟੀਫਾਈ ਨਹੀਂ ਕੀਤਾ। ਪੰਜਾਬ 'ਚ ਤਾਂ ਕੈਪਟਨ ਅਮਰਿੰਦਰ ਕਹਿੰਦਾ ਕਾਨੂੰਨ ਲਾਗੂ ਹੀ ਨਹੀਂ। ਹੁਣ ਜੇ ਕੇਜਰੀਵਾਲ ਨੇ ਕਾਨੂੰਨ ਲਾਗੂ ਕੀਤੇ ਨੇ ਤੇ ਫਿਰ ਭੱਜਦੇ ਕਿਉਂ ਨੇ? ਹੁਣ ਭਗਵੰਤ ਮਾਨ ਉੱਥੇ ਮੰਗ ਕਿਉਂ ਨਹੀਂ ਕਰਦਾ ਕੇਜਰੀਵਾਲ ਤੋਂ ਵੀ ਕੇਜਰੀਵਾਲ ਸਾਹਿਬ ਚਲੋ ਤੁਸੀਂ ਕੇਂਦਰੀ ਕਾਨੂੰਨ ਲਾਗੂ ਕਰਤੇ, ਨੋਟੀਫਿਕੇਸ਼ਨ ਜਾਰੀ ਕਰਤਾ, ਹੋ ਸਕਦਾ ਕੇਜਰੀਵਾਲ ਨੂੰ ਨਾ ਹੀ ਕਰਨ ਦੀ ਲੋੜ ਪਵੇ ਕਿਉਂਕਿ ਉਹ ਛੋਟੀ ਜੀ ਤਾਂ ਸੂਬੀ ਆ ਦਿੱਲੀ, ਉਹ ਛੋਟੀ ਜੀ ਤਾਂ ਸਰਕਾਰ ਹੈ ਦਿੱਲੀ, ਉਹ ਕੋਈ ਐਡਾ ਵੱਡਾ ਸੂਬਾ ਥੋੜੀ ਹੈ ਦਿੱਲੀ। ਆ ਛੋਟੀ ਜੀ ਦਿੱਲੀ ਆ, ਸਾਡੇ ਕਿਸਾਨਾਂ ਨੇ ਘੇਰ ਲਈ ਸਾਰੇ ਪਾਸਿਓਂ। ਓਡੀ ਛੋਟੀ ਜੀ ਸੂਬੀ ਦਾ ਉਹ ਮੁੱਖ ਮੰਤਰੀ ਹੈ ਜੀ। ਸੂਬੀ ਸ਼ਬਦ ਤੇ ਕੋਈ ਇਤਰਾਜ਼ ਨਾ ਕਰਿਓ, ਪਰ ਛੋਟੀ ਚੀਜ਼ ਨੂੰ ਸੂਬੀ ਕਹਿ ਦਿੰਦੇ ਆ। ਹੁਣ ਭਗਵੰਤ ਮਾਨ ਕੇਜਰੀਵਾਲ ਨੂੰ ਇਹ ਕਵੇ ਵੀ ਤੁਸੀਂ ਆਪਣੇ ਦਿੱਲੀ ਵਾਲੇ ਸੂਬੇ 'ਚ ਕੱਲ੍ਹ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ। ਅੱਜ ਮੈਂ ਸੁਣਿਆ ਭਗਵੰਤ ਮਾਨ ਓਮ ਬਿਰਲੇ ਨੂੰ ਚਿੱਠੀ ਲਿਖੀ ਜਾਂਦਾ ਲੋਕ ਸਭਾ ਦੇ ਸਪੀਕਰ ਨੂੰ ਵੀ ਸਪੀਕਰ ਸਾਹਿਬ ਪਾਰਲੀਮੈਂਟ ਦਾ ਸੈਸ਼ਨ ਬੁਲਾਓ। ਉਹ ਚਿੱਠੀ ਦੀ ਕਾਪੀ 'ਚ ਨਾਮ ਬਦਲ ਕੇ ਕੇਜਰੀਵਾਲ ਨੂੰ ਵੀ ਲਿਖ ਦਿਓ ਭਗਵੰਤ ਮਾਨ ਜੀ ਵੀ ਕੇਜਰੀਵਾਲ ਸਾਹਿਬ ਤੁਸੀਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ, ਘੰਟੇ 'ਚ ਕੰਮ ਨਿਬੜ ਜਾਣਾ। ਤੁਹਾਡੇ ਵੱਧ ਐਮਐਲਏ ਆ, ਉੱਥੇ ਕਿਹੜਾ ਵਿਰੋਧ ਕਰਨਾ ਕਿਸੇ ਨੇ? ਤੁਸੀਂ ਆਪਣਾ ਤਾਂ ਮਤਾ ਪਾ ਕੇ ਰੱਦ ਕਰ ਦਿਓ ਕੇਂਦਰ ਦੇ ਕਾਨੂੰਨ। ਕੇਜਰੀਵਾਲ ਹਿੰਮਤ ਨਹੀਂ ਦਿਖਾ ਰਿਹਾ ਦਿੱਲੀ 'ਚ। ਦੇਖੋ ਉਹ ਸੇਵਾ ਸੂਵਾ ਕਿਸਾਨਾਂ ਦੀ ਆਮ ਆਦਮੀ ਪਾਰਟੀ ਵਾਲੇ ਕਰੀ ਜਾਂਦੇ। ਉਦੋਂ ਮੈਂ ਦੇਖਿਆ ਐਮਐਲਏ ਸਬਜ਼ੀਆਂ ਛਿੱਲੀ ਜਾਂਦੇ ਸੀ, ਹੈ ਜੀ, ਸਬਜ਼ੀਆਂ ਛਿੱਲੀ ਜਾਂਦੇ ਸੀ ਐਮਐਲਏ ਸਾਡੇ ਉੱਥੇ ਪੰਜਾਬ ਵਾਲੇ ਬੈਠੇ। ਬੜਾ ਚੰਗਾ ਲੱਗਿਆ ਕਿ ਸਬਜ਼ੀਆਂ ਛਿੱਲਦੇ, ਦੇਖੋ ਕਿੱਡੇ ਸੋਹਣੇ ਲੱਗਦੇ। ਕਰਨਾ ਚਾਹੀਦਾ ਕੰਮ, ਘਰੇ ਵੀ ਕਰਦੇ ਹੋਣੇ, ਸਬਜ਼ੀਆਂ ਤਾਂ ਘਰੇ ਵੀ ਛਿੱਲਦੇ ਹੋਣੇ। ਪਰ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਤਾਂ ਕਹੋ ਨਾ ਵੀ ਤੁਸੀਂ ਚੰਗੀ ਗੱਲ ਕੀਤੀ, ਕਿਸਾਨਾਂ ਦਾ ਸਮਰਥਨ ਕਰਤਾ, ਸਬਜ਼ੀਆਂ ਛਿਲਤੀਆਂ, ਸਪੋਰਟ ਕਰ ਰਹੇ ਹੋ, ਦਵਾਈਆਂ ਭੇਜ ਰਹੇ ਹੋ, ਮਤਾ ਤਾਂ ਪਾਸ ਕਰ ਦਿਓ ਵਿਧਾਨ ਸਭਾ 'ਚ ਨਿੰਦਾ ਦਾ। ਉਹ ਕੇਜਰੀਵਾਲ ਕੈਪਟਨ ਨੂੰ ਕਹੀ ਜਾਂਦਾ ਵੀ ਕੈਪਟਨ ਅਮਰਿੰਦਰ ਐਂ ਲੱਗਦਾ ਜਿਵੇਂ ਬੀਜੇਪੀ ਦੇ ਨਾਲ ਰਲਿਆ ਹੁੰਦਾ। ਦੇਖੋ ਇਹ ਸਾਰੇ ਨਾ ਇੱਕ ਦੂਜੇ ਨੂੰ, ਦੇਖੋ ਮੈਂ ਸ਼ੁਰੂ ਤੋਂ ਦੱਸਦਾ, ਫਿਰ ਅਕਾਲੀ ਕਹਿਣ ਲੱਗ ਗਏ ਕਿ ਕੈਪਟਨ ਅਮਰਿੰਦਰ ਤੇ ਬੀਜੇਪੀ ਵਾਲੇ ਆਪਸ 'ਚ ਰਲੇ ਹੋਏ ਨੇ ਕਿਉਂਕਿ ਸਾਥ ਛੱਡ ਗਏ ਨਾ ਅਕਾਲੀ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ, ਕਹਿੰਦੇ ਅਕਾਲੀ ਤੇ ਕੈਪਟਨ ਰਲਿਆ ਹੋਇਆ। ਹੁਣ ਆਪ ਵਾਲੇ ਕਹਿ ਰਹੇ ਨੇ ਕੈਪਟਨ ਤੇ ਬੀਜੇਪੀ ਵਾਲੇ ਰਲੇ ਹੋਏ ਨੇ। ਸੋ ਇਹ ਮੈਨੂੰ ਸਮਝ ਨਹੀਂ ਆਉਂਦਾ, ਕਾਲਾ ਮਾਲਾ ਜਿਹਾ ਕਦੀ ਇਹਨਾਂ ਦਾ। ਕੈਪਟਨ ਕਹਿੰਦਾ ਕੇਜਰੀਵਾਲ ਕਾਂਗਰਸ ਬੀਜੇਪੀ ਨਾਲ ਰਲਿਆ ਹੋਇਆ ਤੇ ਅਕਾਲੀ ਦਲ ਵਾਲੇ ਕਹਿੰਦੇ ਸੀ ਪਹਿਲਾਂ, ਕਿਉਂਕਿ ਅਕਾਲੀ ਦਲ ਵਾਲੇ ਬੀਜੇਪੀ ਦੇ ਨਾਲ ਸੀ, ਉਹ ਕਹਿੰਦੇ ਸੀ ਕੇਜਰੀਵਾਲ ਤੇ ਕੈਪਟਨ ਰਲਿਆ ਹੋਇਆ, ਕੇਜਰੀਵਾਲ ਕਾਂਗਰਸ ਨਾਲ ਰਲਿਆ ਹੋਇਆ। ਸੋ ਅਸਲ 'ਚ ਸਾਰੇ ਹੈਗੇ ਇੱਕੋ ਥੈਲੀ ਦੇ ਚੱਟੇ ਬੱਟੇ ਆ। ਜੇ ਸਾਰਿਆਂ ਨੂੰ ਇੱਕੋ ਥੈਲੀ 'ਚ ਪਾ ਦਈਏ ਨਾ, ਖੁੱਲੇ ਮੂੰਹ ਵਾਲੀ, ਆਪਾਂ ਸਾਹ ਨਹੀਂ ਘੁੱਟਣਾ ਕਿਸੇ ਦਾ, ਇੱਕੋ ਜਿਹੇ ਆ ਸਾਰੇ। ਇਹ ਸਾਰੇ ਲੀਡਰਾਂ ਦੇ ਬਿਆਨ ਐਂ ਹੀ ਮੁੜਦੇ ਰਹਿੰਦੇ ਆ। ਮੈਂ ਕਨਫਿਊਜ਼ ਹੋ ਜਾਂਦਾ ਕਈ ਵਾਰੀ ਵੀ ਕਿਹਨੇ ਕਿਸੇ ਨੂੰ ਕੀ ਕਿਹਾ ਸੀ। ਹੈ ਹੁਣ ਭਗਵੰਤ ਮਾਨ ਕਹੀ ਜਾਂਦਾ ਕਿ ਕੈਪਟਨ ਅਮਰਿੰਦਰ ਬੀਜੇਪੀ ਨਾਲ ਰਲਿਆ ਹੋਇਆ, ਬਿਲਕੁਲ ਹੈ ਜੀ, ਤੇ ਕਾਂਗਰਸੀ ਕਹੀ ਜਾਂਦੇ ਨੇ ਕੇਜਰੀਵਾਲ ਬੀਜੇਪੀ ਨਾਲ ਰਲਿਆ ਹੋਇਆ। ਭਗਵੰਤ ਮਾਨ ਓਮ ਬਿਰਲੇ ਨੂੰ ਕਹਿੰਦਾ ਸੈਸ਼ਨ ਬੁਲਾਓ, ਕਾਨੂੰਨ ਰੱਦ ਕਰੋ। ਭਗਵੰਤ ਮਾਨ ਕੇਜਰੀਵਾਲ ਨੂੰ ਨਹੀਂ ਕਹਿੰਦਾ ਸੈਸ਼ਨ ਬੁਲਾਓ ਤੇ ਮਤਾ ਨਿੰਦੇ ਦਾ ਪਾ ਦਿਓ। ਅੱਛਾ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦਾ ਥੋੜੇ ਦਿਨ ਪਹਿਲਾਂ ਬਿਆਨ ਸੀ, ਕਹਿੰਦੇ ਕਿਸਾਨ ਦਿੱਲੀ ਧਰਨਾ ਦੇ ਰਹੇ ਨੇ, ਕੈਪਟਨ ਅਮਰਿੰਦਰ ਪੰਜਾਬ ਬੈਠਾ, ਇਹ ਮਿਲਦਾ ਕਿਉਂ ਨਹੀਂ ਉੱਥੇ ਜਾ ਕੇ? ਗ੍ਰਹਿ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਮਿਲੇ। ਉਹ ਜਦੋਂ ਮਿਲਿਆ ਆ, ਹਰਸਿਮਰਤ ਕੌਰ ਬਾਦਲ ਦਾ ਮੈਂ ਬਿਆਨ ਸੁਣਿਆ ਸੀ, ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਕੈਪਟਨ ਤਾਂ ਅਮਿਤ ਸ਼ਾਹ ਨਾਲ ਮਿਲਿਆ ਹੋਇਆ, ਇਹਨਾਂ ਦਾ ਗਠਬੰਧਨ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਲੀਡਰ, ਇਹ ਜੇ ਆਪਾਂ 15 ਦਿਨਾਂ ਦੇ ਅਖਬਾਰ ਕੱਢ ਲਈਏ ਨਾ, ਐ ਵਿਛਾ ਲਈਏ ਆਮਣੇ ਸਾਹਮਣੇ। ਕੱਲ ਆਪਾਂ ਕਰਦੇ ਹਾਂ ਕੋਸ਼ਿਸ਼ ਕਿ ਅਖਬਾਰਾਂ 'ਚ ਛਪੇ ਇਹਨਾਂ ਲੀਡਰਾਂ ਦੇ ਬਿਆਨ ਆਪਾਂ ਕੱਢ ਕੇ ਦਿਖਾਈਏ ਇੱਕ ਵਾਰੀ। ਕਿੰਨੀ ਛੇਤੀ ਇਹਨਾਂ ਦੇ ਬਿਆਨ ਬਦਲਦੇ ਨੇ, ਹੈ ਜੀ। ਇੰਨੀ ਛੇਤੀ ਤਾਂ ਮੌਸਮ ਨਹੀਂ ਬਦਲਦਾ, ਇੰਨੀ ਛੇਤੀ ਤਾਂ ਮੌਸਮ ਨਹੀਂ ਬਦਲਦਾ। ਜੇ ਠੰਡ ਪਵੇ 2-3 ਦਿਨ ਪੈਂਦੀ ਹੈ। ਲੀਡਰ ਸਵੇਰ ਨੂੰ ਬਿਆਨ ਹੋਰ, ਸ਼ਾਮ ਨੂੰ ਬਿਆਨ ਹੋਰ। ਸੋ ਇਸ ਕਰਕੇ ਹੁਣ ਮੈਂ ਇਹਨਾਂ ਤੇ ਕੀ ਟਿੱਪਣੀ ਕਰਾਂ, ਹੈ ਜੀ। ਇਹ ਕਿਸੇ ਨੇ ਕਿਸੇ ਦਿਨ ਸਾਡੇ ਲੀਡਰਾਂ ਦੇ ਪੰਜਾਬੀ ਫਿਲਮ ਹੀ ਕਮੇਡੀ ਬਣਾ ਦੇਣੀ ਆ, ਭੱਲਾ ਸਾਹਿਬ ਨੇ, ਮੈਨੂੰ ਲੱਗਦਾ।
ਸੋ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਵੱਲ ਦੁਬਾਰਾ ਜਾਵਾਂਗੇ ਤੇ ਜਾਂਦੇ ਜਾਂਦੇ ਗੱਲ ਕਰਾਂਗੇ ਕਿ ਅੱਜ ਦਾ ਜੋ ਸੰਘਰਸ਼ ਹੈ ਉਹ ਨਵੇਂ ਪੜਾਅ ਦੇ ਵਿੱਚ ਜਾਊਗਾ। ਅੱਜ ਦੀ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਤਕਰੀਬਨ 2 ਵਜੇ ਦੇ ਕਰੀਬ ਇਹ ਬੈਠਕ ਸ਼ੁਰੂ ਹੋਣੀ ਹੈ। ਉਸ ਬੈਠਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਉਸੇ ਵਕਤ ਬੈਠਕ ਖਤਮ ਹੁੰਦੇ ਸਰ ਤੁਹਾਡੇ ਨਾਲ ਸਾਂਝ ਪਾਈਏ ਕਿ ਆਖਰਕਾਰ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹੈ ਤੇ ਅੱਗੇ ਕਿਸਾਨ ਜਥੇਬੰਦੀਆਂ ਨੇ ਕਿਹੋ ਜਿਹੀ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਸੋ ਜਿਹੜੇ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਉਹ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੀ ਹਰ ਇੱਕ ਫੈਸਲੇ ਨੂੰ ਤੁਹਾਡੇ ਨਾਲ ਸਾਂਝਾ ਕਰੀਏ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਸਾਰਿਆਂ ਦਾ। ਆਸ ਕਰਾਂਗੇ ਅੱਜ ਕੇਂਦਰ ਸਰਕਾਰ ਪੁੰਨ ਵਾਲਾ ਕੰਮ ਕਰਦੇ, ਹੋਰ ਵੀ ਬੜੇ ਕੰਮ ਕੀਤੇ ਉਹਨਾਂ ਨੇ ਪੁੰਨ ਵਾਲੇ, ਜੀ ਇਹ ਰੱਦ ਕਰ ਦੇ ਕਾਨੂੰਨ ਤੇ ਇੱਕ ਖੁਸ਼ੀ ਦੀ ਲਹਿਰ ਦੌੜ ਜੇ ਤਾਂ ਕਿ ਕਿਸਾਨਾਂ ਦੇ ਜਿਹੜੇ ਸ਼ੰਕੇ ਨੇ, ਦੇਖੋ ਕਹਿੰਦੇ ਨੇ ਦਿਮਾਗ ਤੇ ਬੋਝ ਪਿਆ ਹੋਵੇ ਨਾ ਵਿਦਿਆਰਥੀ ਪੜ੍ਹ ਨਹੀਂ ਸਕਦਾ। ਜੇ ਟਿਊਸ਼ਨ ਦੀ ਫੀਸ ਦੇਣੀ ਹੋਵੇ, ਸਕੂਲ ਦੀ ਫੀਸ ਦੇਣੀ ਹੋਵੇ ਨਾ, ਵਿਦਿਆਰਥੀ ਦੇ ਦਿਮਾਗ ਤੇ ਬੋਝ ਪੈ ਜਾਂਦਾ, ਉਹ ਪੜ੍ਹ ਨਹੀਂ ਸਕਦਾ। ਕਿਸਾਨਾਂ ਦੇ ਦਿਮਾਗ ਤੇ ਇਹਨਾਂ ਕਾਨੂੰਨਾਂ ਦਾ ਬੋਝ ਪੈ ਗਿਆ, ਉਹਨਾਂ ਤੋਂ ਖੇਤੀ ਨਹੀਂ ਹੋ ਰਹੀ। ਸੋ ਇਸ ਕਰਕੇ ਸਰਕਾਰ ਇੱਕ ਵਾਰੀ ਕਾਨੂੰਨ ਰੱਦ ਕਰੇ, ਨਵੇਂ ਬਣਾ ਲਾਂਗੇ। ਇਹ ਕਿਹੜਾ ਯੁੱਗ ਲੱਗਣੇ ਨੇ ਬਣਨ ਨੂੰ, ਹੈ ਜੀ। ਹਫ਼ਤਾ 10 ਦਿਨਾਂ 'ਚ ਨਵੀਂ ਕਮੇਟੀ ਬਣਾ ਕੇ 15 ਦਿਨਾਂ 'ਚ ਨਵੇਂ ਕਾਨੂੰਨ ਬਣਾ ਲਓ ਜੀ। ਹੋਰ ਵੀ ਤਾਂ ਕਿੰਨੇ ਕਾਨੂੰਨ ਨੇ ਦੇਖੋ ਰੱਦ ਹੁੰਦੇ ਨੇ ਨਾ ਜੀ। ਸਾਡੇ ਮੋਦੀ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਹੈ ਕਈ ਪੁਰਾਣੇ ਕਾਨੂੰਨ ਰੱਦ ਕੀਤੇ ਗਏ ਨੇ। ਕਾਨੂੰਨ ਰੱਦ ਕਰਨ ਲਈ ਪਾਰਲੀਮੈਂਟ ਦਾ ਸੈਸ਼ਨ ਬੁਲਾਓ, ਕਾਨੂੰਨ ਰੱਦ ਕਰ ਦਿਓ। ਕੋਈ ਲੰਬੀ ਚੌੜੀ ਗੱਲ ਨਹੀਂ ਆ। ਧਾਰਾ 370 ਦੇਖੋ ਕਿੱਡੀ ਮੋਟੀ ਧਾਰਾ ਸੀ, 370 ਹਟਾਤੀ ਮੋਦੀ ਸਾਹਿਬ ਨੇ। ਸੋ ਜੇ ਕਰਨ ਤੇ ਆਉਣ ਤੇ ਕੁਝ ਵੀ ਔਖਾ ਨਹੀਂ। ਸੋ ਇਸ ਕਰਕੇ ਆਸ ਕਰਾਂਗੇ ਕਿ ਸਾਡੀ ਸਰਕਾਰ ਆ ਜਦੋਂ ਕਿਸਾਨਾਂ ਨਾਲ ਮੀਟਿੰਗ ਹੁੰਦੀ ਹੈ ਤੇ ਕਾਨੂੰਨ ਰੱਦ ਕਰੇਗੀ ਤੇ ਫਿਰ ਬਾਕੀ ਮਸਲੇ ਤਾਂ ਖਤਮ ਹੋ ਜਾਣੇ ਨੇ। ਫਿਰ ਤਾਂ ਮਾਮਲਾ ਨਿਬੜ ਜੂ। ਫਿਰ ਸਨੀ ਦਿਓਲ ਨੂੰ ਵੀ ਨਹੀਂ ਕੋਈ ਡਰ ਲੱਗਣਾ ਪੰਜਾਬ ਆਉਣ ਤੋਂ। ਹੱਸ ਖੇਡ ਦੇ ਬੀਜੇਪੀ ਵਾਲੇ ਪੰਜਾਬ 'ਚ ਆ ਸਕਦੇ ਆ ਵੀ ਸਾਨੂੰ ਕਿਸੇ ਨੇ ਨਹੀਂ ਨਿੰਦਣਾ। ਤੇ ਜੇ ਕਾਨੂੰਨ ਰੱਦ ਕਰਤਾ ਉੱਥੇ ਹੀ ਕਿਸਾਨਾਂ ਨੇ ਕਹਿ ਦੇਣਾ ਵੀ ਦੱਸੋ ਤੁਹਾਨੂੰ ਕੀ ਚਾਹੀਦਾ, ਕਿੰਨੀਆਂ ਵੋਟਾਂ ਚਾਹੀਦੀਆਂ। ਕਿਸਾਨਾਂ ਦੀ ਮਰਜ਼ੀ ਦੇ ਬਣਾਓਗੇ ਤਾਂ ਵੋਟਾਂ ਤਾਂ ਪੈਣਗੀਆਂ, ਜੇ ਕਿਸਾਨਾਂ ਦੀ ਮਰਜ਼ੀ ਦੇ ਕਾਨੂੰਨ ਬਣਾਓਗੇ। ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।